ਗੁਰਬਾਣੀ ਦੇ ਹਰ ਜਿਸ ਕੀਰਤਨ ਸ਼੍ਰਵਣ ਕੀਤੇ ਹਨ, ਸਿਫਤਾਂ ਗਾਇਨ ਕੀਤੀਆਂ ਹਨ, ਉੱਥੇ ਸਾਹਿਬ ਦੀਆਂ ਵਡਿਆਈਆਂ ਦੇ ਵਿਚਾਰ ਦੇ ਨਾਲ ਜੁੜਨਾ ਕਰੀਏ। ਅੱਜ ਦੀ ਕਥਾ ਵਿਚਾਰ ਦੀ ਹਾਜ਼ਰੀ ਭਰਨ ਜਾ ਰਹੇ ਹਨ ਸਿੰਘ ਸਭ ਗਿਆਨੀ ਕਰਨਲ ਸਾਹਿਬ ਸਿੰਘ ਜੀ। ਉਹਨਾਂ ਪਾਸੋਂ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਮਤਿ ਵਿਚਾਰਾਂ, ਸ਼ਬਦ ਵਿਚਾਰ, ਕਥਾ ਸ਼੍ਰਵਣ ਕਰੀਏ। ਆਪ ਜੀ ਨੇ ਇਸੇ ਤਰੀਕੇ ਹੀ ਲਾਹਾ ਖੱਟਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਹਿਲਾ ਤੀਜਾ। ਮਨ ਮੁਖ ਅਹੰਕਾਰੀ ਮਹਿਲ ਨ ਜਾਣੈ, ਖਿਨ ਆਗੈ ਖਿਨ ਪੀਛੈ। ਸਦਾ ਬੁਲਾਈਐ ਮਹਿਲ ਨ ਆਵੈ, ਕਿਉ ਕਰ ਦਰਗਾਹ ਸੀਜੈ। ਸਤਿਗੁਰ ਕਾ ਮਹਿਲ ਵਿਰਲਾ ਜਾਣੈ, ਸਦਾ ਰਹੈ ਕਰ ਜੋੜ। ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲਏ ਬਹੋੜ। ਪੌੜੀ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ, ਤਾਂ ਪਾਪ ਕਸਮਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਜਿਨ ਸਤਿਗੁਰ ਕਾ ਭਾਣਾ ਮੰਨਿਆ, ਤਿਨ ਚੜੀ ਚਵਗਣ ਬੰਨੇ। ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਭਿੰਨੇ। ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਭਿੰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਤਖਤ ਦੇ ਮਾਲਕ, ਬਾਣੀ ਕੇ ਬੋਹਿਥ ਪਤਿਤ ਪਾਵਨ, ਕਿਰਪਾ ਨਿਧਾਨ ਭਗਤ ਵਸ਼ਲ, ਜੁਗੋ ਜੁਗ ਅਟਲ। ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਹਾਜ਼ਰੀ ਭਰ ਰਹੇ, ਜੁੜ ਬੈਠੇ, ਜੁੜਨਾ ਕਰ ਰਹੇ ਗੁਰੂ ਪਿਆਰਿਓ, ਆਪ ਜੀ ਧਨਤਾ ਦੇ ਯੋਗ ਹੋ ਜਿਨ੍ਹਾਂ ਨੇ ਸੰਗਤ ਵਿੱਚ ਹਾਜ਼ਰੀ ਭਰੀ ਹੈ।
ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਰੋਜ਼ਾਨਾ ਹੀ ਆਪਾਂ ਨੂੰ ਸਮਝਾਉਂਦੇ ਹਨ, ਹੇ ਪ੍ਰਾਣੀ, ਜੋ ਤੂੰ ਵਹਿਮਾਂ ਭਰਮਾਂ ਦੇ ਵਿੱਚ ਪਿਆ ਹੈ ਇਹ ਤੇਰੇ ਕਿਸੇ ਕੰਮ ਨਹੀਂ। ਵਹਿਮਾਂ ਭਰਮਾਂ ਚੋਂ ਜੇ ਨਿਕਲਣਾ ਚਾਹੁੰਦੇ ਤਾਂ ਸਤਿਗੁਰਾਂ ਦੀ ਸੰਗਤ ਵਿੱਚ ਆਉਣਾ ਕਰ। ਇਹ ਮਨੁੱਖਾ ਜਨਮ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਸ ਜੀਵਨ ਵਿੱਚ ਪਰਮੇਸ਼ਰ ਨਾਲ ਆਪਣਾ ਤੂੰ ਮਿਲਾਪ ਕਰਨਾ। ਹੋਣਾ ਕਿਵੇਂ ਹੈ? ਸਾਧ ਸੰਗਤ ਵਿੱਚ ਆ ਕੇ। ਸਾਧ ਸੰਗਤ ਤੋਂ ਬਿਨਾ ਸਭ ਸਮਝਾਉਂਦੇ ਨੇ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਜਿਵੇਂ ਦੁਨਿਆਵੀ ਤੌਰ ਤੇ ਆਪਾਂ ਕੰਮ ਕਰਦੇ ਹਾਂ, ਕੋਈ ਖੇਤੀਬਾੜੀ ਕਰਦਾ, ਵਪਾਰ ਕਰਦਾ, ਦੁਕਾਨਦਾਰੀ ਕਰਦਾ, ਨੌਕਰੀ ਕਰਦਾ, ਇਵੇਂ ਹੀ ਸਰੰਜਾਮ ਲਾਗ ਭਵਜਲ ਤਰਨ ਕੈ। ਇਸ ਭਵਜਲ ਤੋਂ ਤਰਨ ਵਾਸਤੇ ਸਰੰਜਾਮ ਲਾਗ ਭਵਜਲ ਤਰਨ ਕੈ, ਗੁਰਬਾਣੀ ਦੇ ਆਹਾਰ ਵਿੱਚ ਲੱਗ। ਗੁਰਬਾਣੀ ਦਾ ਭੋਜਨ ਛਕ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਪਰ ਜੇ ਮਾਇਆ ਦੇ ਪ੍ਰੇਮ ਵਿੱਚ ਜੁੜਿਆ ਰਿਹਾ, ਮਾਇਆ ਨਾਲ ਪਿਆਰ ਪਾ ਕੇ ਰੱਖਿਆ, ਅਵਗੁਣਾ ਨਾਲ ਪਿਆਰ ਪਾ ਕੇ ਰੱਖਿਆ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਸੰਗਤ ਵਿੱਚ ਇਹ ਬੇਨਤੀ ਕਰ ਕਿ ਪਾਤਸ਼ਾਹ, ਨਾ ਮੈਂ ਭਗਤੀ ਕੀਤੀ ਹੈ, ਨਾ ਮੈਂ ਤੁਹਾਡਾ ਕਹਿਣਾ ਮੰਨਿਆ ਹੈ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਮੇਰੇ ਜਿਹੜੇ ਕਰਮ ਹਨ ਨੀਵੇਂ ਹਨ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਮੇਰੀ ਇੱਜ਼ਤ ਰੱਖੋ, ਮੇਰੀ ਪੈਜ ਰੱਖੋ। ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੇ ਸੰਗਤ ਵਿੱਚ ਜੁੜਨਾ ਕੀਤਾ ਹੈ। ਗੁਰੂ ਪਾਤਸ਼ਾਹ ਜੀ, ਧੰਨ ਗੁਰੂ ਅਮਰਦਾਸ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਦੇ ਪਾਵਨ ਸ਼ਲੋਕ ਦੀ ਵਿਚਾਰ ਆਪ ਸ਼ਰਵਣ ਕਰ ਚੁੱਕੇ ਹੋ। ਪੌੜੀ ਦੀ ਅਖੀਰਲੀ ਤੁਕ ਵਿੱਚ ਸਤਿਗੁਰੂ ਜੀ ਪਾਵਨ ਬਚਨ ਕਰਦੇ ਨੇ, ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਭਿੰਨੇ। ਭਗਤਾਂ ਦੀ ਚਾਲ ਦੁਨਿਆਵੀ ਲੋਕਾਂ ਨਾਲੋਂ ਨਿਰਾਲੀ ਹੁੰਦੀ ਹੈ। ਇਹ ਚਾਲ ਨਿਰਾਲੀ ਗੁਰਮੁਖੀ, ਜਿਹੜੇ ਗੁਰਮੁਖ ਨੇ, ਭਗਤ ਨੇ, ਗੁਰ ਦੀਖਿਆ ਸੁਣ। ਦੀਖਿਆ ਕਹਿੰਦੇ ਨੇ ਸਿੱਖਿਆ। ਭਗਤ ਸਤਿਗੁਰੂ ਦੀ ਸਿੱਖਿਆ ਨੂੰ ਸੁਣ ਕੇ ਉਹਨਾਂ ਦਾ ਮਨ ਪਰਮਾਤਮਾ ਦੇ ਪਿਆਰ ਵਿੱਚ ਭਿੱਜ ਜਾਂਦਾ ਹੈ। ਗੁਰ ਦੀਖਿਆ ਸੁਣ ਮਨ ਭਿੰਨੇ। ਬਾਣੀ ਦੇ ਵਿੱਚ ਭਗਤ ਕਬੀਰ ਜੀ, ਉਹਨਾਂ ਨੇ ਵੀ ਸਮਝਾਉਣਾ ਕੀਤਾ, ਕੈਸੇ ਭਗਤ ਨੇ
ਕਿਵੇਂ ਤੂੰ ਬੰਦਗੀ ਕਰਨੀ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਪ੍ਰਹਿਲਾਦ ਨੇ ਕੇਵਲ ਰੱਬ ਦਾ ਨਾਮ ਜਪਿਆ, ਰਾਮ ਰਾਮ ਆਖਿਆ। ਰਾਮ ਰਾਮ ਦਾ ਮਤਲਬ ਜਿਹੜਾ ਰਮਿਆ ਹੋਇਆ ਉਹ ਪਰਮਾਤਮਾ ਅਕਾਲ ਪੁਰਖ। ਹਰਨਾਕਸ਼ ਨੇ ਆਪਣਾ ਜ਼ੋਰ ਲਾਇਆ ਪੂਰਾ ਕਿ ਰੱਬ ਮੈਂ ਹਾਂ, ਮੇਰਾ ਨਾਂ ਜਪਿਆ ਜਾਵੇ। ਪਰ ਪ੍ਰਹਿਲਾਦ ਨੇ ਆਪਣੇ ਪਿਤਾ ਦਾ ਨਾਮ ਨਹੀਂ ਜਪਿਆ, ਰਾਮ ਦਾ ਨਾਮ ਜਪਿਆ। ਇਵੇਂ ਦਾ ਭਗਤ ਆਪਾਂ ਨੂੰ ਬਣਨਾ ਪਵੇਗਾ। ਕੇਵਲ ਸਤਿਗੁਰੂ ਦੇ ਨਾਮ ਨਾਲ ਸਿੱਖ ਨੇ ਜੁੜਨਾ, ਅਕਾਲ ਪੁਰਖ ਦੇ ਨਾਮ ਨਾਲ, ਰੱਬ ਦੇ ਨਾਮ ਨਾਲ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂ ਭਗਤ ਨੇ ਵੀ ਰੱਬ ਦੀ ਬੰਦਗੀ ਕੀਤੀ। ਮਤਰੇਈ ਮਾਂ ਦੀ ਗੋਦ 'ਚ ਜਦੋਂ ਪਿਤਾ ਦੀ ਗੋਦ ਵਿੱਚ ਆ ਕੇ ਬੈਠਾ ਧਰੂ, ਤੇ ਮਤਰੇਈ ਮਾਂ ਨੇ ਧਰੂ ਨੂੰ ਬਾਂਹ ਤੋਂ ਪਕੜ ਕੇ ਤੇ ਉਠਾਲ ਦਿੱਤਾ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਮਤਰੇਈ ਮਾਂ ਨੇ ਰੋਸ ਕੀਤਾ, ਬਾਹੋਂ ਪਕੜ ਕੇ ਉਠਾਲ ਦਿੱਤਾ। ਆਪਣੀ ਮਾਂ ਨੂੰ ਜਾ ਕੇ ਪੁੱਛਿਆ, ਮਾਂ ਤੂੰ ਰਾਣੀ ਹੈ ਕਿ ਗੋਲੀ? ਕਹਿਣ ਲੱਗੀ, ਜਨਮ ਦੀ ਤੇ ਮੈਂ ਰਾਣੀ ਹਾਂ, ਵਿਆਹ ਵੀ ਮੇਰਾ ਰਾਜੇ ਨਾਲ ਹੋਇਆ, ਪਰ ਮੈਂ ਰੱਬ ਦੀ ਬੰਦਗੀ ਨਹੀਂ ਕੀਤੀ। ਧਰੂ ਨੇ ਚੰਗਾ ਆਪਣਾ ਜੀਵਨ ਬਣਾ ਲਿਆ। ਰਾਜੇ ਨੇ ਫਿਰ ਧਰੂ ਨੂੰ ਸੱਦਿਆ। ਧਰੂ ਨੇ ਕਈ ਸਾਲ ਰਾਜ ਕੀਤਾ। ਇਹੀ ਗੱਲ ਪਾਤਸ਼ਾਹ ਸਮਝਾ ਰਹੇ ਨੇ, ਜਿਹੜੇ ਭਗਤ ਹਨ ਉਹ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਮੰਨਦੇ ਨੇ, ਆਪਣੇ ਮਨ ਨੂੰ ਮਨਾ ਲੈਂਦੇ ਨੇ। ਗੁਰੂ ਦੀ ਸਿੱਖਿਆ ਨੂੰ ਸੁਣ ਕੇ ਉਹਨਾਂ ਦਾ ਮਨ ਭਿੱਜ ਜਾਂਦਾ ਹੈ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਵੀ ਰਹਿਮਤ ਕਰਦੇ ਨੇ, ਠਾਕੁਰ ਗਾਈਏ ਆਤਮ ਰੰਗ, ਸ਼ਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਹੇ ਪ੍ਰਾਣੀ, ਜੇ ਤੂੰ ਰੱਬ ਦੇ ਗੁਣਾਂ ਨੂੰ ਗਾਉਣਾ ਹੈ, ਆਤਮ ਰੰਗ, ਦਿਲੀ ਪਿਆਰ ਦੇ ਨਾਲ। ਇਹ ਨਾ ਹੋਵੇ ਰਸਨਾ ਤੇਰੀ ਪਾਠ ਕਰ ਰਹੀ ਹੋਵੇ ਤੇ ਮਨ ਤੇਰਾ ਉਡਾਰੀਆਂ ਮਾਰ ਰਿਹਾ ਹੋਵੇ। ਮਨ ਤੇਰਾ ਨਿਮਖ ਮਾਹੇ ਚਾਰ ਕੁੰਟ ਫਿਰ ਆਵੇ। ਇੱਕ ਨਿਮਖ ਦੇ ਵਿੱਚ ਮਨ ਇੱਥੇ ਹੈ ਤੇ ਨਿਮਖ 'ਚ ਘਰ ਪਹੁੰਚ ਜਾਂਦਾ ਹੈ। ਪਾਤਸ਼ਾਹ ਸਮਝਾਉਂਦੇ ਨੇ, ਜੇ ਤੂੰ ਉਸਤਤ ਕਰਨੀ ਹੈ ਰੱਬ ਦੀ ਤੇ ਧਰੂ ਪ੍ਰਹਿਲਾਦ ਵਾਂਗ ਕਰੀ, ਆਪਣਾ ਮਨ ਹਾਜ਼ਰ ਰੱਖ ਕੇ ਕਰੀ। ਠਾਕੁਰ ਗਾਈਏ ਆਤਮ ਰੰਗ, ਸ਼ਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਕਹਿੰਦੇ ਫਿਰ ਰੱਬ 'ਚ ਸਮਾ ਜਾਵੇਗਾ, ਆਤਮਿਕ ਆਨੰਦ ਪ੍ਰਾਪਤ ਹੋ ਜਾਵੇਗਾ। ਗੁਰੂ ਅਮਰਦਾਸ ਮਹਾਰਾਜ ਦੇ ਰੋਜ਼ ਆਪਾਂ ਪਾਵਨ ਬਚਨ ਪੜ੍ਹਦੇ ਹਾਂ। ਸਾਹਿਬ ਨੇ ਜੋ ਇੱਥੇ ਕਿਰਪਾ ਕੀਤੀ, ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਭਿੰਨੇ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਭਗਤਾਂ ਦੀ ਚਾਲ ਦੁਨੀਆ ਦੇ ਨਾਲੋਂ ਵੱਖਰੀ ਹੁੰਦੀ ਹੈ। ਔਖਾ ਮਾਰਗ ਭਗਤ ਚੱਲਦੇ ਨੇ, ਬਿਖਮ ਮਾਰਗ ਚੱਲਣਾ। ਔਖਾ ਮਾਰਗ ਕਿਹੜਾ? ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਉਹ ਲਾਲਚ ਛੱਡਦੇ ਨੇ,
ਹੰਕਾਰ ਛੱਡਦੇ ਨੇ। ਜਿਹੜੀ ਤ੍ਰਿਸ਼ਨਾ ਆਪਾਂ ਨੂੰ ਸਤਾਉਂਦੀ ਹੈ, ਤ੍ਰਿਸ਼ਨਾ ਨੂੰ ਛੱਡਦੇ ਨੇ। ਇਹ ਔਖਾ ਮਾਰਗ, ਆਪਾਂ ਵੀ ਚੱਲ ਸਕਨੇ ਆ, ਪਰ ਆਪਾਂ ਨੂੰ ਵੀ ਤੁਰਨਾ ਪਵੇਗਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ। ਇਹ ਜਿਹੜਾ ਮਾਰਗ ਹੈ, ਖੰਡੇ ਦੀ ਧਾਰ ਨਾਲੋਂ ਤਿੱਖਾ ਤੇ ਵਾਲ ਦੇ ਨਾਲੋਂ ਨਿੱਕਾ। ਕਿਉਂਕਿ ਜਦੋਂ ਜੀਵ ਲੱਭ ਲੋਭ ਤੋਂ ਬਚਦਾ, ਤ੍ਰਿਸ਼ਨਾ ਤੋਂ ਬਚਦਾ, ਫਿਰ ਵੀ ਪਤਾ ਕੋਈ ਨਹੀਂ ਹੈ ਕਿਹੜੇ ਵੇਲੇ ਲਾਲਚ ਆ ਜਾਵੇ, ਕਿਹੜੇ ਵੇਲੇ ਮਨ ਵਿੱਚ ਤ੍ਰਿਸ਼ਨਾ ਆ ਜਾਵੇ। ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਗੁਰੂ ਦੀ ਕਿਰਪਾ ਜਿਨ੍ਹਾਂ ਵੀ ਮਨੁੱਖਾਂ ਨੇ ਲੈਣਾ ਕੀਤੀ ਤੇ ਆਪਣਾ ਹੰਕਾਰ ਛੱਡ ਦਿੱਤਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਆਪ ਕਹਿੰਦੇ ਨੇ ਹੰਕਾਰ। ਹਰ ਵਾਸ਼ਨਾ ਸਮਾਣੀ, ਉਹਨਾਂ ਦੀਆਂ ਜਿਹੜੀਆਂ ਵਾਸ਼ਨਾਵਾਂ ਨੇ ਉਹ ਅੰਦਰ ਬੈਠੇ ਪ੍ਰਮਾਤਮਾ 'ਚ ਲੀਨ ਹੋ ਜਾਂਦੀਆਂ ਨੇ। ਉਦਕ ਸਮੁੰਦ ਸਲਲ ਕੀ ਸਾਖਿਆ, ਨਦੀ ਤਰੰਗ ਸਮਾਵੇਂਗੇ। ਸੁਨਨੇ ਸੁਨ ਮਿਲਿਆ ਸਮਦਰਸੀ, ਪਵਨ ਰੂਪ ਹੋਏ ਜਾਵੇਂਗੇ। ਜਿਵੇਂ ਨਦੀ ਦੇ ਵਿੱਚ ਲਹਿਰਾਂ ਉੱਠਦੀਆਂ ਨੇ, ਸਮੁੰਦਰ ਵਿੱਚ ਲਹਿਰਾਂ ਉੱਠਦੀਆਂ ਨੇ, ਉਹ ਸਮੁੰਦਰ ਵਿੱਚ ਹੀ, ਨਦੀ ਵਿੱਚ ਹੀ ਲਹਿਰਾਂ ਲੀਨ ਹੋ ਜਾਂਦੀਆਂ ਨੇ। ਹਵਾ ਜਿਹੜੀ ਹੈ, ਹਵਾ ਵਿੱਚ ਲੀਨ ਹੋ ਜਾਂਦੀ ਹੈ। ਇਵੇਂ ਹੀ ਜਦੋਂ ਜੀਵ ਗੁਰੂ ਦੇ ਹੁਕਮ ਨੂੰ ਮੰਨਣਾ ਕਰਦਾ, ਪਾਤਸ਼ਾਹ ਕਹਿੰਦੇ ਨੇ ਸੁਨੈ ਸੁਨ। ਸੁਨ ਕਹਿੰਦੇ ਅਫੁਰ ਅਵਸਥਾ, ਜਿੱਥੇ ਵਾਸ਼ਨਾ ਨਹੀਂ ਰਹਿੰਦੀ। ਪ੍ਰਭੂ ਨਾਲ ਜਦੋਂ ਜੀਵ ਜੁੜਦਾ, ਫਿਰ ਅੰਦਰ ਵਾਸ਼ਨਾ ਨਹੀਂ ਰਹਿੰਦੀ। ਜਿਵੇਂ ਹਵਾ 'ਚ ਲੀਨ ਹੋ ਜਾਂਦੀ ਹੈ, ਪਾਣੀ ਦੀਆਂ ਲਹਿਰਾਂ ਪਾਣੀ 'ਚ ਲੀਨ ਹੋ ਜਾਂਦੀਆਂ ਨੇ। ਜਦੋਂ ਅੰਦਰੋਂ ਮਨੁੱਖ ਨੇ ਵਾਸ਼ਨਾ ਨੂੰ ਕਾਬੂ ਕਰ ਲਿਆ, ਫਿਰ ਮਨੁੱਖ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦਾ ਹੈ। ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹੇ ਨਾਨਕ ਚਾਲ ਭਗਤਾਂ, ਜੁਗੋ ਜੁਗ ਨਿਰਾਲੀ। ਭਗਤਾਂ ਦੀ ਜਿਹੜੀ ਚਾਲ ਹੈ ਉਹ ਨਿਰਾਲੀ ਹੈ। ਸਤਿਗੁਰੂ ਇੱਥੇ ਵੀ ਰਹਿਮਤ ਕਰ ਰਹੇ ਨੇ। ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਭਿੰਨੇ। ਗੁਰੂ ਦੀ ਸਿੱਖਿਆ ਨੂੰ ਸੁਣ ਕੇ ਉਹਨਾਂ ਦਾ ਮਨ ਭਿੱਜ ਜਾਂਦਾ ਹੈ, ਪਿਆਰ ਬਣ ਜਾਂਦਾ ਹੈ ਮਾਲਕ ਦੇ ਨਾਲ, ਪਰਮੇਸ਼ਰ ਦੇ ਨਾਲ, ਰੱਬ ਦੇ ਗੁਣਾਂ ਦੇ ਨਾਲ। ਭਗਤਾਂ ਦਾ ਪਿਆਰ ਬਣ ਜਾਂਦਾ ਹੈ। ਬਾਬਾ ਫਰੀਦ ਜੀ ਦੇ ਵੀ ਬਚਨ ਹਨ, ਕਿਵੇਂ ਪਿਆਰ ਬਣਦਾ। ਨਿਮਣ ਸੋ ਅੱਖਰ ਖਮਣ ਗੁਣ, ਜੇਬਾ ਮਣੀਆਂ ਮੰਤ। ਏਤਰੇ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਹੇ ਭੈਣ, ਜੇ ਤੂੰ ਪਰਮਾਤਮਾ ਪਤੀ ਨੂੰ ਵਸ ਵਿੱਚ ਕਰਨਾ ਚਾਹੁੰਦੀ ਹੈ, 3 ਗੁਣ ਭਗਤ ਫਰੀਦ ਜੀ ਨੇ ਦੱਸਣਾ ਕੀਤੇ ਨੇ। ਪਹਿਲਾ ਗੁਣ ਹੈ ਨਿਮਰਤਾ, ਨਿਮਣ ਸੋ ਅੱਖਰ। ਦੂਜਾ ਗੁਣ ਹੈ ਖਮਣ ਗੁਣ, ਕਿਸੇ ਦੀ ਗੱਲ ਨੂੰ ਸੁਣ ਕੇ ਸਹਾਰਨਾ। ਤੇ ਤੀਜਾ ਬਚਨ ਹੈ ਜੇਬਾ ਮਣੀਆਂ ਮੰਤ, ਜੇਬਾ ਨਾਲ ਮਿੱਠਾ ਬੋਲਣਾ। ਭਗਤ ਜਿਹੜੇ ਨੇ ਇਹ ਤਿੰਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਲੈ ਆਉਂਦੇ ਨੇ। ਨਿਮਰਤਾ 'ਚ ਰਹਿੰਦੇ ਨੇ, ਕਿਸੇ ਦੀ ਗੱਲ ਨੂੰ ਸੁਣ ਕੇ ਸਹਾਰਦੇ ਨੇ ਤੇ ਮਿੱਠਾ ਬੋਲਦੇ ਨੇ। ਇਹ ਭਗਤਾਂ ਦੀ ਚਾਲ ਹੈ, ਨਿਮ ਕੇ ਰਹਿਣਾ, ਨਿਮਰਤਾ 'ਚ। ਕਿਸੇ ਦੀ ਗੱਲ ਨੂੰ ਸਹਾਰ ਲੈਣਾ, ਮਿੱਠਾ ਬੋਲਣਾ,
ਏ ਤਰੇ ਭੈਣੇ ਵੇਸ ਕਰ, हे ਭੈਣੇ ਤੂੰ ਜੇ ਇਹ ਵੇਸ ਘਰ ਵਿੱਚ ਕਰ ਲਵੇਂ ਨਾ ਤੇ ਤੇਰਾ ਪਤੀ ਵੀ ਤੇਰੇ ਵੱਸ ਵਿੱਚ ਆ ਜਾਵੇਗਾ। ਘਰ 'ਚ ਜੇ ਇੱਕ ਪਤਨੀ ਇਹ 3 ਗੁਣ ਅਪਣਾ ਲਵੇ ਤੇ ਉਹਦਾ ਪਤੀ ਉਹਦੇ ਵੱਸ 'ਚ ਰਹੇਗਾ। ਜਿਹੜੀ ਪਤਨੀ ਮਿੱਠਾ ਬੋਲੇਗੀ, ਗੱਲ ਨੂੰ ਸਹਾਰੇਗੀ, ਨਿਮਰਤਾ 'ਚ ਰਹੇਗੀ, ਕਿਉਂ ਨਾ ਪਤੀ ਉਹਦੇ ਨਾਲ ਪਿਆਰ ਕਰੇਗਾ। ਇਹ ਜਿਹੜੀ ਚਾਲ ਹੈ ਇਹ ਭਗਤਾਂ ਦੀ ਚਾਲ ਹੈ। ਆਪਾਂ ਵੀ ਭਗਤ ਬਣ ਸਕਨੇ ਆ, ਪਰ ਭਗਤ ਬਣਨ ਵਾਸਤੇ ਸਾਨੂੰ ਤੁਰਨਾ ਪੈਣਾ, ਚੱਲਣਾ ਪੈਣਾ। ਮਾਘ ਦੇ ਮਹੀਨੇ 'ਚ ਵੀ ਸਤਿਗੁਰਾਂ ਨੇ ਬਚਨ ਕੀਤੇ ਨੇ, ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਮਾਲਕ ਆਪਣੀ ਦਇਆ ਕਰ ਰਿਹਾ, ਬਸ ਦਇਆ ਨੂੰ ਲੈਣਾ ਪੈਣਾ। ਜਿਵੇਂ ਕਣਕ ਦੀ ਫਸਲ ਬੀਜੀ ਹੋਈ ਹੈ ਤੇ ਕਣਕ ਦੀ ਫਸਲ ਕਿਸਾਨਾਂ ਨੇ ਅਪ੍ਰੈਲ ਦੇ ਮਹੀਨੇ ਉਹਨੂੰ ਵੱਢਣਾ, ਪਰ ਜਿਨ੍ਹਾਂ ਕਿਸਾਨਾਂ ਨੇ ਕਣਕ ਨਹੀਂ ਬੀਜੀ ਉਹ ਕਿਵੇਂ ਵੱਢਣਗੇ? ਜੇ ਕੋਈ ਬੰਦਾ ਪੰਜਾਬ ਤੋਂ ਦਿੱਲੀ ਨੂੰ ਆਉਣਾ ਚਾਹੁੰਦਾ ਤੇ ਤੁਰੇ ਨਾ, ਪੰਜਾਬ ਤੋਂ ਤੁਰੇ ਨਾ ਤੇ ਕਹੇ ਮੈਂ ਦਿੱਲੀ ਪਹੁੰਚਣ ਵਾਲਾ, ਉਹ ਦਿੱਲੀ ਨਹੀਂ ਪਹੁੰਚ ਸਕਦਾ। ਜਿਹੜਾ ਤੁਰ ਪਵੇਗਾ ਨਾ ਉਹ ਗੁਰੂ ਪਿਆਰੇ ਪਹੁੰਚ ਜਾਵੇਗਾ ਦਿੱਲੀ। ਇਸੇ ਤਰੀਕੇ ਨਾਲ ਧਰਮ ਦੀ ਦੁਨੀਆ ਆਪਾਂ ਵੀ ਭਗਤ ਬਣ ਸਕਨੇ ਆ, ਪਰ ਤੁਰਨਾ ਪੈਣਾ, ਚੱਲਣਾ ਪੈਣਾ ਮੰਜ਼ਿਲ ਵੱਲ ਨੂੰ, ਫਿਰ ਆਪਾਂ ਵੀ ਭਗਤ ਬਣ ਜਾਵਾਂਗੇ। ਸਾਡਾ ਵੀ ਜਿਹੜਾ ਜੀਵਨ ਹੈ ਨਿਰਾਲਾ ਬਣ ਜਾਵੇਗਾ। ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਪਿੰਨੇ। ਧੰਨ ਗੁਰੂ ਰਾਮਦਾਸ ਮਹਾਰਾਜ ਨੇ, ਆਪ ਜੀ ਨੇ ਸ਼ਲੋਕ ਦੀ ਵਿਚਾਰ ਸ਼ਰਵਣ ਕਰ ਚੁੱਕੇ ਹੋ। ਸਤਿਗੁਰਾਂ ਨੇ ਗੁਰਮੁਖ ਦੀ ਗੱਲ ਕੀਤੀ ਪਹਿਲੇ ਸ਼ਲੋਕ ਵਿੱਚ, ਦੂਜੇ ਸ਼ਲੋਕ ਵਿੱਚ ਗੱਲ ਕੀਤੀ ਮਨਮੁਖਾਂ ਦੀ। ਜੋ ਗੁਰਮੁਖ ਹਨ ਉਹ ਆਪਣਾ ਮਨ ਸਤਿਗੁਰੂ ਦੇ ਚਰਨਾਂ ਕਮਲਾਂ ਨਾਲ ਜੋੜ ਦਿੰਦੇ ਨੇ। ਜਦੋਂ ਮਨ ਸਤਿਗੁਰੂ ਦੇ ਚਰਨਾਂ ਕਮਲਾਂ ਨਾਲ ਜੁੜ ਜਾਂਦਾ, ਇਹ ਮਨੂਆ ਦ੍ਰਿੜ ਕਰ ਰੱਖੀਏ, ਗੁਰਮੁਖ ਲਾਈਏ ਚਿੱਤ, ਕਿਉਂ ਸਾਸ ਗਿਰਾਸ ਵਿਸਾਰੀਏ, ਬਹਿੰਦਿਆਂ ਉੱਠਦਿਆਂ ਨਿਤ। ਗੁਰਮੁਖ ਜਿਹੜੇ ਨੇ ਉਹ ਸਾਸ ਗਿਰਾਸ ਬਹਿੰਦਿਆਂ ਉੱਠਦਿਆਂ ਰੱਬ ਨੂੰ ਭੁਲਾਉਂਦੇ ਨਹੀਂ ਹਨ। ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਸਾਸ ਗਿਰਾਸ ਸਿਮਰਨ ਕੀ ਹੈ। ਪਾਤਸ਼ਾਹ ਸਮਝਾਉਂਦੇ ਨੇ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਿਰਾਸ। ਬਾਣੀ ਨੂੰ ਵਿਚਾਰਨਾ, ਜਿਵੇਂ ਆਪਾਂ ਵਿਚਾਰ ਕਰ ਰਹੇ ਹਾਂ, ਇਹ ਰੱਬ ਦੀ ਉਸਤਤ। ਇਹਦੇ ਵਿੱਚੋਂ ਜਿਹੜੀ ਆਪਾਂ ਨੂੰ ਸਿੱਖਿਆ ਮਿਲਣੀ ਹੈ ਉਹਨੂੰ ਅਮਲ ਵਿੱਚ ਲਿਆਉਣਾ, ਇਹ ਹੈ 24 ਘੰਟੇ ਦਾ ਸਿਮਰਨ। 24 ਘੰਟੇ ਦਾ ਸਿਮਰਨ ਕੀ ਹੈ? ਜੋ ਆਪਾਂ ਨੂੰ ਅੱਜ ਸਿੱਖਿਆ ਮਿਲਣੀ ਹੈ, ਇਹ ਸਿੱਖਿਆ ਨੂੰ ਅਸੀਂ ਅਮਲ 'ਚ ਲਿਆਉਣਾ। ਇਹ ਹੈ ਬਹਿੰਦਿਆਂ ਉੱਠਦਿਆਂ ਸਿਮਰਨ, ਕਿਉਂ ਸਾਸ ਗਿਰਾਸ ਵਿਸਾਰੀਏ, ਬਹਿੰਦਿਆਂ ਉੱਠਦਿਆਂ ਨਿਤ। ਗੁਰਮੁਖ ਆਪਣਾ ਜੀਵਨ ਬਣਾ ਲੈਂਦੇ ਨੇ, ਉਹ ਬਾਣੀ ਦੀ ਵਿਚਾਰ ਕਰਦੇ ਨੇ। ਵਿਚਾਰ ਵਿੱਚੋਂ ਜਿਹੜੀ ਸਿੱਖਿਆ ਮਿਲਦੀ ਉਹਨੂੰ ਅਮਲ 'ਚ ਲਿਆਉਂਦੇ ਨੇ। ਪਾਤਸ਼ਾਹ ਕਹਿੰਦੇ, ਮਰਨ ਜੀਵਨ ਕੀ ਚਿੰਤਾ ਗਈ, ਇਹ ਜੀੜਾ ਹਰ ਪ੍ਰਭ ਵਸ। ਉਹਨਾਂ ਦੀ ਮਰਨ ਤੇ ਜੀਵਨ ਦੀ ਚਿੰਤਾ ਖਤਮ ਹੋ ਜਾਂਦੀ ਹੈ। ਉਹ ਬਚਨ ਪੜ੍ਹਦੇ ਨੇ, ਕਾਹੇ ਰੇ ਮਨ ਚਿਤ ਮੈਂ ਉਦਮ, ਜਾਂ ਆਹਰ ਹਰ ਜੀਉ ਭਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜ਼ਕ ਆਗੇ ਕਰ ਧਰਿਆ। ਉਹ ਚਿੰਤਾ ਨਹੀਂ ਕਰਦੇ, ਉਹ ਮਿਹਨਤ ਕਰਦੇ ਨੇ, ਕਿਰਤ ਕਰਦੇ ਨੇ, ਕੰਮ ਕਰਦੇ ਨੇ, ਪਰ ਚਿੰਤਾ ਨਹੀਂ ਕਰਦੇ। ਪਰ ਆਮ ਮਨੁੱਖ ਉਹ ਚਿੰਤਾ ਕਰੀ ਜਾਂਦਾ ਤੇ ਕੰਮ ਨਹੀਂ ਕਰਦਾ, ਕਿਰਤ ਨਹੀਂ ਕਰਦਾ। ਪਰ ਜਿਹੜੇ ਸਾਸ ਗਰਾਸ ਗੁਰੂ ਪਾਤਸ਼ਾਹ ਦੇ ਕਹਿਣੇ ਨੂੰ ਮੰਨਦੇ ਨੇ, ਸਾਹਿਬ ਕਹਿੰਦੇ ਉਹਨਾਂ ਦੀ ਚਿੰਤਾ ਦੂਰ ਹੋ ਜਾਂਦੀ ਹੈ। ਮਰਨ ਜੀਵਨ ਕੀ ਚਿੰਤਾ ਗਈ, ਇਹ ਜੀੜਾ ਹਰ ਪ੍ਰਭ ਵਸ। ਜਿਉਂ ਭਾਵੇਂ ਤਿਉਂ ਰੱਖ ਤੂੰ,
ਜਨ ਨਾਨਕ ਨਾਮ ਬਖਸ਼। ਉਹ ਫਿਰ ਬੇਨਤੀ ਕਰਦੇ ਨੇ, ਮਾਲਕ ਜੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਉਵੇਂ ਮੈਨੂੰ ਰੱਖਣਾ ਕਰੋ ਤੇ ਮਿਹਰ ਕਰੋ, ਆਪਣੇ ਨਾਮ ਦੀ ਦਾਤ ਮੈਨੂੰ ਬਖਸ਼ੋ। ਜਿਹੜੇ ਗੁਰਮੁਖ ਨੇ ਉਹ ਨਾਮ ਦੀ ਦਾਤ ਮੰਗਦੇ ਨੇ। ਗੁਰਮੁਖ ਕਹਿੰਦੇ ਨੇ, ਰੱਬ ਜੀ ਮੇਰੀ ਝੋਲੀ ਵਿੱਚ ਨਾਮ ਦੀ ਦਾਤ ਪਾ ਦਿਓ। ਨਾਮ ਹੈ ਚੰਗੇ ਗੁਣ, ਚੰਗੇ ਗੁਣਾਂ ਨੂੰ ਨਾਮ ਆਖਿਆ। ਆਪਾਂ ਵੀ ਰਲ ਮਿਲ ਕੇ ਗੁਰੂ ਪਾਤਸ਼ਾਹ ਕੋ ਇਹ ਦਾਤ ਮੰਗੀਏ ਕਿ ਪਾਤਸ਼ਾਹ ਆਪਾਂ ਵੀ 24 ਘੰਟੇ ਤੇਰੇ ਜਿਹੜੇ ਗੁਣ ਨੇ ਇਹਨਾਂ ਨੂੰ ਆਪਣੇ ਜੀਵਨ 'ਚ ਲਾਗੂ ਕਰ ਸਕੀਏ। ਇਹ ਦਾਤ ਸਾਡੀ ਵੀ ਝੋਲੀ ਵਿੱਚ ਪਾ ਦਿਓ। ਆਓ ਰਲ ਮਿਲ ਕੇ ਸਤਿਗੁਰਾਂ ਦੇ ਬਚਨ ਪੜ੍ਹੀਏ, ਮੰਗੀਏ ਦਾਤ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਪਹਿਲੇ ਸ਼ਲੋਕ 'ਚ ਗੁਰੂ ਰਾਮਦਾਸ ਨੇ ਪਾਤਸ਼ਾਹ ਨੇ ਗੱਲ ਕੀਤੀ ਗੁਰਮੁਖਾਂ ਦੀ। ਗੁਰਮੁਖ ਨਾਮ ਦੀ ਦਾਤ ਮੰਗਦੇ ਨੇ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਮਹਾਰਾਜ ਮੇਰੇ ਅੰਦਰ ਇਹੀ ਚਾਹ ਦਿਨ ਰਾਤ ਹੈ ਕਿ ਮੈਂ ਤੁਹਾਡੇ ਗੁਣਾਂ ਦਾ ਪੱਲਾ ਨਾ ਛੱਡਾਂ। ਸਤਿਗੁਰ ਸੇਵ ਖਰਚ ਹਰ ਬੰਧੋ, ਮਤ ਜਾਣੋ ਅੱਜ ਕੇ ਕੱਲ ਹੀ। ਹੇ ਪ੍ਰਾਣੀ, ਅੱਜ ਕੱਲ ਨਾ ਕਰੀ ਕਿ ਮਾਲਕ ਜੀ ਕੱਲ ਨੂੰ ਤੁਹਾਡੇ ਗੁਣ ਪੱਕੇ ਕਰ ਲਵਾਂਗਾ। ਸਾਹਿਬ ਕਹਿੰਦੇ ਨੇ ਅੱਜ ਤੋਂ ਹੀ ਆਪਣਾ ਜੀਵਨ ਜਿਹੜਾ ਉਹਨੂੰ ਬਦਲਣਾ ਕਰ। ਗੁਰਮੁਖ ਬਦਲਦੇ ਨੇ। ਅੱਗੇ ਸਤਿਗੁਰਾਂ ਨੇ ਮਨਮੁਖਾਂ ਦੀ ਗੱਲ ਕੀਤੀ ਹੈ ਅਗਲੇ ਸ਼ਲੋਕ ਦੇ ਵਿੱਚ। ਮਹਿਲਾ ਤੀਜਾ, ਮਨਮੁਖ ਅਹੰਕਾਰੀ ਮਹਿਲ ਨ ਜਾਣੈ, ਖਿਨ ਆਗੇ ਖਿਨ ਪੀਛੇ। ਆਪਣੇ ਮਨ ਦੇ ਮਗਰ ਚੱਲਣ ਵਾਲੇ ਹੰਕਾਰੀ ਜਿਹੜੇ ਨੇ, ਮਨਮੁਖ, ਉਹ ਰੱਬ ਦੇ ਘਰ ਨੂੰ ਨਹੀਂ ਪਛਾਣਦੇ। ਮਨਮੁਖ ਅਹੰਕਾਰੀ ਮਹਿਲ ਨਾ ਜਾਣੈ, ਖਿਨ ਆਗੇ ਖਿਨ ਪਿੱਛੇ। ਥੋੜਾ ਅੱਗੇ ਵੱਧਦੇ ਨੇ ਫਿਰ ਪਿੱਛੇ ਆ ਜਾਂਦੇ ਨੇ। ਕਦੇ ਸੰਗਤ ਵਿੱਚ ਆਉਂਦੇ ਨੇ, ਕਦੇ ਮਾੜੇ ਮਨੁੱਖਾਂ ਦੀ ਸੰਗਤ ਚਲੇ ਜਾਂਦੇ ਨੇ। ਮਨਮੁਖ ਅਹੰਕਾਰੀ ਮਹਿਲ ਨਾ ਜਾਣੈ, ਖਿਨ ਆਗੇ ਖਿਨ ਪਿੱਛੇ। ਇਦਾਂ ਹੀ ਆਪਣਾ ਜਿਹੜਾ ਜੀਵਨ ਹੈ ਉਹ ਬਤੀਤ ਕਰਦੇ ਨੇ, ਆਪਣੇ ਮਨ ਦੇ ਮਗਰ ਚੱਲਣ ਵਾਲੇ। ਸਦਾ ਬੁਲਾਈਏ ਮਹਿਲ ਨ ਆਵੇ, ਕਿਉਂ ਕਰ ਦਰਗਾਹ ਸੀਜੈ। ਮਨਮੁਖਾਂ ਨੂੰ ਜੇਕਰ ਆਖਿਆ ਜਾਵੇ ਕਿ ਤੁਸੀਂ ਸੰਗਤ ਵਿੱਚ ਆਓ, ਬਾਣੀ ਪੜੋ, ਬਾਣੀ ਵਿਚਾਰੋ, ਆਪਣੇ ਮਨ ਦੇ ਮਗਰ ਚੱਲਣ ਵਾਲੇ ਉਹ ਕਹਿਣਾ ਨਹੀਂ ਮੰਨਦੇ। ਸਦਾ ਬੁਲਾਈਏ ਮਹਿਲ ਨਾ ਆਵੇ, ਸੰਗਤ ਵਿੱਚ ਨਹੀਂ ਆਉਂਦੇ, ਬਾਣੀ ਨਹੀਂ ਪੜ੍ਹਦੇ, ਵਿਚਾਰਦੇ ਨਹੀਂ, ਸਿਮਰਨ ਨਹੀਂ ਕਰਦੇ। ਤੇ ਸੰਗਤ ਕਰਨ ਤੋਂ ਬਿਨਾ, ਬਾਣੀ ਪੜ੍ਹਨ ਤੇ ਵਿਚਾਰਨ ਤੋਂ ਬਿਨਾ ਕਿਉਂ ਕਰ ਦਰਗਾਹ ਸੀਜੈ। ਤੇ ਦਰਗਾਹ ਦੇ ਵਿੱਚ ਉਹ ਸੁਰਖਰੂ ਨਹੀਂ ਹੋ ਸਕਦੇ। ਦਰਗਾਹ ਜਿਹੜੀ ਹੈ ਬੰਦੇ ਦੇ ਅੰਦਰ ਹੈ। ਅੰਦਰਲੀ ਦਰਗਾਹ ਦੇ ਵਿੱਚ ਉਹ ਨਰਕਾਂ 'ਚ ਪਏ ਰਹਿੰਦੇ ਨੇ। ਮਨਮੁਖ ਜਿਹੜੇ ਨੇ, ਆਪਣੇ ਮਨ ਦੇ ਮਗਰ ਚੱਲਣ ਵਾਲੇ। ਪਰਮੇਸ਼ਰ ਨੇ ਇੱਕ ਦਰਗਾਹ ਸਾਡੇ ਅੰਦਰ ਬਣਾਈ ਹੈ, ਉਹ ਨਰਕਾਂ 'ਚ ਰਹਿ ਕੇ ਜਾਂਦੇ ਨੇ। ਪਰ ਜਿਹੜੇ ਭਗਤ ਨੇ, ਭਗਤਾਂ ਕੀ ਚਾਲ ਨਿਰਾਲੀ,
ਉਹ ਇੱਥੇ ਸੱਚਖੰਡ 'ਚ ਰਹਿ ਕੇ ਕਹਿੰਦੇ ਨੇ, ਜੋ ਪੰਜਵਾਂ ਖੰਡ ਜਪ ਬਾਣੀ 'ਚ ਸੱਚਖੰਡ ਆਇਆ ਹੈ। ਭਗਤ ਜਿਹੜੇ ਨੇ ਆਪਣੇ ਅੰਦਰ ਮਿਹਨਤ ਕਰਕੇ ਪੌੜੀ ਦਰ ਪੌੜੀ ਸੱਚਖੰਡ ਵਿੱਚ ਪਹੁੰਚ ਜਾਂਦੇ ਨੇ, ਪਰ ਜਿਹੜੇ ਮਨਮੁਖ ਨੇ ਉਹਨਾਂ ਨੂੰ ਅੰਦਰਲੀ ਦਰਗਾਹ ਦੇ ਵਿੱਚ ਪਾਤਸ਼ਾਹ ਕਹਿੰਦੇ ਥਾਂ ਨਹੀਂ ਮਿਲਦੀ। ਸਦਾ ਬੁਲਾਈਏ ਮਹਿਲ ਨਾ ਆਵੇ, ਕਿਉਂ ਕਰ ਦਰਗਾਹ ਸੀਜੈ। ਸਤਿਗੁਰ ਕਾ ਮਹਿਲ ਵਿਰਲਾ ਜਾਣੈ, ਸਦਾ ਰਹੇ ਕਰ ਜੋੜ। ਪਰ ਸਤਿਗੁਰੂ ਸਮਝਾਉਂਦੇ ਨੇ, ਜੇ ਮਨਮੁਖ ਵੀ ਨਾ ਆਪਣੇ ਮਨ ਦੇ ਮਗਰ ਚੱਲਣ ਵਾਲੇ ਆਪਣਾ ਮਨ ਨੀਵਾਂ ਕਰ ਲੈਣ, ਮਨ ਨੀਵਾਂ ਕਰਕੇ ਹੱਥ ਜੋੜ ਕੇ ਮਹਾਰਾਜ ਅੱਗੇ ਬੇਨਤੀ ਕਰਨ ਆ ਕੇ, ਸਤਿਗੁਰ ਕਾ ਮਹਿਲ ਵਿਰਲਾ ਜਾਣੈ, ਸਦਾ ਰਹੇ ਕਰ ਜੋੜ। ਜਿਹੜਾ ਸਦਾ ਹੀ ਨੀਵਾਂ ਹੋ ਕੇ ਰਹਿੰਦਾ ਹੈ ਨਾ, ਉਹ ਫਿਰ ਅੰਦਰਲੇ ਘਰ 'ਚ ਪਹੁੰਚ ਜਾਂਦਾ ਹੈ। ਗੁਰੂ ਪਾਤਸ਼ਾਹ ਨੇ ਬਾਣੀ 'ਚ ਬਚਨ ਲਿਖੇ ਨੇ, ਜਦੋਂ ਬੰਦਾ ਅੰਦਰਲੇ ਘਰ 'ਚ ਪਹੁੰਚ ਜਾਂਦਾ ਹੈ, ਉੱਥੇ ਨਾ ਜਨਮ ਹੈ ਨਾ ਮੌਤ ਹੈ, ਨਾਨਕ ਬੱਧਾ ਘਰ ਤਹਾਂ। ਪਾਤਸ਼ਾਹ ਕਹਿੰਦੇ ਮੇਰੇ ਅੰਦਰ ਹੁਣ ਐਸਾ ਘਰ ਬਣ ਗਿਆ ਹੈ ਜਿੱਥੇ ਮਿਰਤ ਨਾ ਜਨਮ ਜਰਾ। ਹੁਣ ਅੰਦਰਲੇ ਘਰ 'ਚ ਜੰਮਣਾ ਮਰਨਾ ਹੁਣ ਮੇਰਾ ਮੁੱਕ ਗਿਆ ਹੈ। ਪਾਤਸ਼ਾਹ ਕਿਰਪਾ ਕਰ ਰਹੇ ਨੇ ਕਿ ਜੇ ਮਨਮੁਖ ਬੰਦਾ ਵੀ ਆਪਣੇ ਮਨ ਦੇ ਮਗਰ ਚੱਲਣ ਵਾਲਾ ਬੇਨਤੀ ਕਰੇ, ਆਪਣਾ ਆਪ ਛੱਡ ਕੇ ਆਪ ਤਿਆਗ ਬਿਨਤੀ ਕਰੇ, ਲੇਹੋ ਪ੍ਰਭੂ ਲੜ ਲਾਏ। ਹੰਕਾਰ ਛੱਡ ਕੇ, ਜਿਵੇਂ ਇੱਕ ਮੰਗਤਾ ਮੰਗਦਾ ਹੈ ਨਾ, ਹੰਕਾਰ ਨਹੀਂ ਕਰਦਾ। ਜਿਵੇਂ ਇੱਕ ਕੁੱਤਾ ਆ ਕੇ ਬੈਠ ਜਾਂਦਾ ਆਪਣੇ ਮਾਲਕ ਦੇ ਕੋਲ, ਤੇ ਮਾਲਕ ਪ੍ਰਸ਼ਾਦਾ ਛਕਦਾ, ਰੋਟੀ ਦੀ ਬੁਰਕੀ ਤੋੜ ਕੇ ਮੁੱਖ 'ਚ ਪਾਉਂਦਾ, ਕੁੱਤਾ ਸੋਚਦਾ ਆਹ ਬੁਰਕੀ ਮੈਨੂੰ ਮਿਲੇਗੀ। ਫਿਰ ਕੁੱਤਾ ਵੇਖਦਾ, ਫਿਰ ਸੋਚਦਾ ਅਗਲੀ ਬੁਰਕੀ ਮੈਨੂੰ ਮਿਲੇਗੀ। ਆਖਰ ਨੂੰ ਮਾਲਕ ਇੱਕ ਬੁਰਕੀ ਕੁੱਤੇ ਨੂੰ ਪਾ ਦਿੰਦਾ ਹੈ। ਇਸੇ ਤਰੀਕੇ ਨਾਲ ਪਾਤਸ਼ਾਹ ਕਹਿੰਦੇ ਨੇ, ਜੇ ਤੂੰ ਮਨਮੁਖ ਵੀ ਹੈ ਨਾ, ਆਪਣੇ ਮਨ ਦੇ ਮਗਰ ਵੀ ਚੱਲ ਰਿਹਾ, ਤੇ ਨਿਮਰਤਾ ਦੇ ਨਾਲ ਇੱਕ ਭਿਖਾਰੀ ਵਾਂਗ, ਇੱਕ ਕੁੱਤੇ ਵਾਂਗ ਮਾਲਕ ਦੇ ਘਰ ਆ ਕੇ ਅਰਦਾਸ ਕਰ, ਬੇਨਤੀ ਕਰ, ਮਨ ਨੀਵਾਂ ਕਰ, ਤੇ ਮਹਾਰਾਜ ਤੈਨੂੰ ਵੀ ਜੋੜ ਲੈਣਗੇ। ਤੈਨੂੰ ਵੀ ਅੰਦਰਲਾ ਮਹਿਲ ਪ੍ਰਾਪਤ ਹੋ ਜਾਵੇਗਾ, ਤੂੰ ਵੀ ਵਿਰਲਾ ਬਣ ਜਾਵੇਂਗਾ। ਸਤਿਗੁਰ ਕਾ ਮਹਿਲ ਵਿਰਲਾ ਜਾਣੇ, ਸਦਾ ਰਹੇ ਕਰ ਜੋੜ। ਬਾਬਾ ਕਬੀਰ ਜੀ ਨੇ ਵੀ ਬੜਾ ਪਿਆਰਾ ਸਮਝਾਉਣਾ ਕੀਤਾ, ਮੰਨਣਾ ਪਵੇਗਾ ਤੈਨੂੰ ਆ ਕੇ ਮਹਾਰਾਜ ਦੇ ਕੋਲ। ਜੇ ਤੇ ਮੰਨ ਲਵੇਂਗਾ ਕਿ ਮੈਂ ਮਨਮੁਖ ਹਾਂ, ਫਿਰ ਤੇ ਕਿਰਪਾ ਹੋ ਜਾਏਗੀ। ਤੇ ਜੇ ਤੂੰ ਮੰਨਿਆ ਨਾ, ਜੇ ਤੂੰ ਹੰਕਾਰ 'ਚ ਰਿਹਾ, ਸੰਗਤ 'ਚ ਆਇਆ, ਆਪਣਾ ਹੰਕਾਰ ਨਾ ਛੱਡਿਆ, ਆਪਣੇ ਔਗਣ ਇੱਥੇ ਨਾ ਕਬੂਲੇ, ਕਿਰਪਾ ਫਿਰ ਵੀ ਤੇਰੇ ਤੇ ਹੋਵੇਗੀ, ਪਰ ਤੂੰ ਲੈ ਨਹੀਂ ਸਕੇਗਾ। ਬਾਬਾ ਕਬੀਰ ਜੀ ਬਚਨ ਕਰਦੇ ਨੇ, ਗੋਬਿੰਦ ਹਮ ਐਸੇ ਅਪਰਾਧੀ। ਮੰਨ ਰਹੇ ਨੇ ਸਾਨੂੰ ਸਮਝਾਉਣ ਵਾਸਤੇ, ਹੇ ਪ੍ਰਮਾਤਮਾ ਆਪਾਂ ਵਿਕਾਰੀ ਜੀਵ ਹਾਂ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦਿਆ, ਤਿਸ ਕੀ ਭਾਓ ਭਗਤ ਨੇ ਸਾਧੀ। ਪਰਮਾਤਮਾ ਜੀ ਤੁਸੀਂ ਸਾਨੂੰ ਜੀਓ ਦਿੱਤਾ, ਇਹ ਸਰੀਰ ਦਿੱਤਾ, ਪਰ ਆਪਾਂ ਤੁਹਾਡੇ ਨਾਲ ਪਿਆਰ ਨਹੀਂ ਪਾਇਆ। ਜਿਨ ਪ੍ਰਭ ਜੀਓ ਪਿੰਡ ਥਾ ਦਿਆ, ਜਿਹੜੇ ਰੱਬ ਨੇ ਇਹ ਸਰੀਰ ਦਿੱਤਾ, ਅੰਦਰ ਆਪਣੀ ਜੋਤ ਪਾਈ, ਉਸ ਪਰਮਾਤਮਾ ਨਾਲ ਹੀ ਆਪਾਂ ਪਿਆਰ ਨਹੀਂ ਪਾਇਆ। ਜਿਨ ਪ੍ਰਭ ਜੀਓ ਪਿੰਡ ਥਾ ਦਿਆ, ਤਿਸ ਕੀ ਭਾਓ ਭਗਤ ਨੇ ਸਾਧੀ। ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ। ਭਵ ਨਿਧ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਇਹ ਮਨ ਲਾਇਆ। ਰੱਬ ਜੀ ਸਾਨੂੰ ਤੁਸੀਂ ਭੇਜਿਆ ਸੀ ਦੁਨੀਆ ਦੇ ਉੱਤੇ ਚੰਗੇ ਬਣਨ ਵਾਸਤੇ, ਕਿ ਸੋਹਣੇ ਬਣਨੇ, ਚੰਗੇ ਬਣਨੇ, ਭਲੇ ਇਨਸਾਨ ਬਣਨੇ। ਪਰ ਆਪਾਂ ਦੁਨੀਆ ਤੇ ਆਏ
ਚੰਗੇ ਬਣਨ ਵਾਸਤੇ ਸਾਨੂੰ ਭੇਜਿਆ ਸੀ, ਪਰ ਆਪਾਂ ਸ਼ੈਤਾਨ ਬਣ ਗਏ। ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ, ਤੁਹਾਡੀ ਸਿੱਖਿਆ ਨੂੰ ਆਪਾਂ ਨਾ ਲਿਆ, ਆਪਾਂ ਸ਼ੈਤਾਨ ਬਣ ਗਏ। ਕਵਨ ਕਾਜ ਸਿਰਜੇ ਜਗ ਭੀਤਰ, ਸਾਨੂੰ ਇਨਸਾਨ ਬਣਨ ਵਾਸਤੇ ਭੇਜਿਆ ਸੀ। ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ, ਪਰ ਆਪਾਂ ਉਹ ਫਲ ਪ੍ਰਾਪਤ ਨਾ ਕੀਤਾ। ਭਵ ਨਿਧ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਇਹ ਮਨ ਲਾਇਆ। ਇੱਕ ਨਿਮਖ ਵੀ ਆਪਣਾ ਮਨ ਅੰਦਰੋਂ ਜੋੜ ਕੇ ਰੱਬ ਨਾਲ ਨਹੀਂ ਲਾਇਆ। ਬਾਹਰੋਂ ਮੁਖ ਇਹ ਪੜੀ ਗਿਆ, ਪਰ ਅੰਦਰੋਂ ਮਨ ਨਹੀਂ ਜੁੜਿਆ। ਭਗਤ ਜੀ ਫਿਰ ਸਮਝਾਉਂਦੇ ਨੇ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਕਹਿੰਦੇ ਨੇ ਦਿਲੋਂ ਮੁਹੱਬਤ ਕਰ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਉਹੀ ਸੱਚੇ ਆਸ਼ਿਕ ਕਹੇ ਜਾਂਦੇ ਨੇ। ਦਿਲੋਂ ਮੁਹੱਬਤ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਜਿਨ੍ਹਾਂ ਦੇ ਮਨ 'ਚ ਕੁਝ ਹੋਰ ਹੈ ਤੇ ਮੁਖ 'ਚ ਕੁਝ ਹੋਰ ਆ, ਉਹ ਕੱਚੇ ਕਹੇ ਜਾਂਦੇ ਨੇ। ਹੇ ਮਾਲਕ ਜੀ, ਤੁਸੀਂ ਇਸ ਸੰਸਾਰ ਸਮੁੰਦਰ ਤੋਂ ਪਾਰ ਕਰਾਉਣ ਲਈ ਜਹਾਜ਼ ਸੀ। ਭਵ ਨਿਧ ਤਰਨ ਤਾਰਨ, ਤਰਨ ਕਹਿੰਦੇ ਜਹਾਜ਼। ਇੱਕ ਨਿਮਖ ਨਾ ਇਹ ਮਨ ਲਾਇਆ, ਇੱਕ ਨਿਮਖ ਪਲ ਵੀ ਆਪਣਾ ਮਨ ਤੁਹਾਡੇ ਨਾਲ ਲਾਉਣਾ ਨਹੀਂ ਕੀਤਾ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨੇ ਸਾਧੀ। ਮਹਾਰਾਜ ਕੈਸੇ ਅਪਰਾਧੀ ਆ? ਕਹਿੰਦੇ ਨੇ ਪਰਾਈ ਇਸਤਰੀ, ਪਰਾਇਆ ਧਨ, ਪਰਾਈ ਨਿੰਦਾ, ਝਗੜੇ ਕਰਨੇ, ਇਹ ਵਿਕਾਰ ਮੇਰੇ ਵਿੱਚ ਨੇ। ਪਰ ਤਨ ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ, ਇਹ ਛੁੱਟ ਨਹੀਂ ਰਿਹਾ। ਨਾ ਪਰਾਈ ਇਸਤਰੀ ਦੀ ਕਾਮਨਾ ਨਿਕਲ ਰਹੀ ਹੈ, ਨਾ ਪਰਾਏ ਧਨ ਦੀ ਲਾਲਸਾ ਅੰਦਰੋਂ ਮੁੱਕ ਰਹੀ ਹੈ, ਨਾ ਨਿੰਦਿਆ ਛੁੱਟ ਰਹੀ ਹੈ, ਨਾ ਝਗੜੇ ਛੁੱਟ ਰਹੇ ਨੇ। ਪਰ ਤਨ ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ, ਆਵਾ ਗਵਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੂਟੈ। ਇਹਨਾਂ ਰੋਗਾਂ ਦੇ ਕਰਕੇ ਜੰਮਣਾ ਤੇ ਮਰਨਾ ਹੋ ਰਿਹਾ। ਇਸ ਸਰੀਰ ਦੇ ਵਿੱਚ ਕਦੇ ਜੰਮ ਰਹੇ ਆ, ਕਦੇ ਮਰ ਰਹੇ ਆ। ਜਦੋਂ ਇਹਨਾਂ ਅਵਗੁਣਾਂ ਵਿੱਚ ਫਸਨੇ ਆ ਤੇ ਮੌਤ ਹੋ ਜਾਂਦੀ ਹੈ। ਜਦੋਂ ਇਹਨਾਂ ਅਵਗੁਣਾਂ ਤੋਂ ਬਾਹਰ ਆਉਂਦੇ ਆ, ਜਨਮ ਹੋ ਜਾਂਦਾ ਹੈ। ਆਵਾ ਗਵਨ ਹੋਤ ਹੈ ਫੁਨ ਫੁਨ, ਫੁਨ ਫੁਨ, ਘੜੀ ਘੜੀ ਜੰਮਣਾ ਮਰਨਾ ਅੰਦਰ ਚੱਲ ਰਿਹਾ ਹੈ। ਆਵਾ ਗਵਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੂਟੈ। ਜੇ ਕਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਮਹਾਰਾਜ ਕੈਸੇ ਅਪਰਾਧੀ ਆ ਆਪਾਂ। ਜਿੱਥੇ ਤੇਰੀ ਸਿਫਤਸਲਾ ਹੋਵੇ ਨਾ, ਉੱਥੇ ਇੱਕ ਘੜੀ ਵੀ ਮੈਂ ਫੇਰਾ ਨਹੀਂ ਮਾਰਦਾ। ਜਿੱਥੇ ਕਥਾ ਹੋਵੇ, ਕੀਰਤਨ ਹੋਵੇ, ਸੰਗਤ ਹੋਵੇ, ਮੈਂ ਫੇਰਾ ਨਹੀਂ ਮਾਰਦਾ। ਮੇਰੀ ਦੋਸਤੀ ਕਿਹਨਾਂ ਦੇ ਨਾਲ ਹੈ? ਜਿਹੜੇ ਵਿਸ਼ੇ ਵਿਕਾਰਾਂ ਨਾਲ ਭਰੇ ਮਨੁੱਖ ਨੇ, ਜਿਹੜੇ ਚੋਰ ਨੇ, ਮਾੜੇ ਬੰਦੇ ਨੇ, ਸ਼ਰਾਬੀ ਨੇ, ਉਹਨਾਂ ਦੇ ਨਾਲ ਮੇਰਾ ਸੰਗ ਹੈ। ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਮਹਾਰਾਜ ਮੈਂ ਕਿਹੜਾ ਧਨ ਇਕੱਠਾ ਕੀਤਾ? ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋਹ ਮਾਹੀ। ਮੇਰੇ ਅੰਦਰ ਕਾਮ, ਕ੍ਰੋਧ ਗੁੱਸਾ, ਮਾਇਆ ਦਾ ਮੋਹ, ਮਦ ਹੰਕਾਰ, ਮਤਸਰ ਈਰਖਾ, ਇਹ 5 ਤਰੀਕੇ ਦਾ ਧਨ ਮਹਾਰਾਜ ਮੈਂ ਆਪਣੇ ਅੰਦਰ ਪੱਕਾ ਇਕੱਠਾ ਕੀਤਾ। ਕਾਮ ਕ੍ਰੋਧ ਮਾਇਆ ਮਦ, ਮਦ ਕਹਿੰਦੇ ਹੰਕਾਰ, ਮਤਸਰ ਈਰਖਾ, ਇਹ ਸੰਪੇ ਮੋਹ ਮਾਹੀ।
ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ। ਮੇਰੇ ਅੰਦਰ ਦਇਆ ਨਹੀਂ ਹੈ, ਮੈਂ ਆਪਣੇ ਧਰਮ ਦੇ ਫਰਜ਼ ਨੂੰ ਪਛਾਣ ਨਹੀਂ ਰਿਹਾ। ਦਇਆ ਧਰਮ ਅਰ ਗੁਰ ਕੀ ਸੇਵਾ, ਗੁਰੂ ਦੀ ਸੇਵਾ, ਧਰਮ ਨੂੰ ਕਮਾਉਣਾ, ਇਹਦਾ ਤੇ ਮੈਨੂੰ ਕਦੇ ਸੁਪਨਾ ਵੀ ਨਹੀਂ ਆਉਂਦਾ। ਇਹ ਤੇ ਸੁਪਨੇ ਵਿੱਚ ਵੀ ਨਹੀਂ ਆਉਂਦਾ, ਕਿਉਂਕਿ ਸੁਪਨੇ ਵੀ ਉਹ ਆਉਂਦੇ ਨੇ ਜੋ ਬੰਦਾ ਦਿਨੇ ਚਿਤਵਦਾ। ਜੇ ਇਹਦੇ ਵਿੱਚ ਕਾਮ ਹੈ, ਕ੍ਰੋਧ ਹੈ, ਮਾਇਆ ਦਾ ਮੋਹ ਹੈ, ਹੰਕਾਰ ਹੈ, ਈਰਖ ਹੈ, ਤੇ ਸੁਪਨੇ ਇਹਨੂੰ ਧਰਮ ਵਾਲੇ ਨਹੀਂ ਆ ਸਕਦੇ। ਭਗਤ ਜੀ ਕਹਿੰਦੇ ਇਹ ਮੇਰੇ ਵਿੱਚ ਅਵਗਣ ਨੇ। ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ। ਫਿਰ ਬੇਨਤੀ ਕਰਦੇ ਨੇ, ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਮਾਤਮਾ, ਕਿਰਪਾਲੂ, ਭਗਤੀ ਨਾਲ ਪਿਆਰ ਕਰਨ ਵਾਲੇ, ਡਰ ਨੂੰ ਦੂਰ ਕਰਨ ਵਾਲੇ, ਦੀਨ ਦਿਆਲ, ਕਿਰਪਾਲ, ਦਮੋਦਰ, ਭਗਤ ਬਸ਼ਲ ਭੈ ਹਾਰੀ। ਕਹਿਤ ਕਬੀਰ ਭੀਰ ਜਨ ਰਾਖੋ, ਹਰ ਸੇਵਾ ਕਰੋ ਤੁਮਾਰੀ। ਕਹਿੰਦੇ ਨੇ ਰੱਬ ਜੀ ਤੁਸੀਂ ਦੀਨਾਂ ਤੇ ਗਰੀਬਾਂ ਤੇ ਦਇਆ ਕਰਦੇ ਹੋ, ਤੇ ਮੇਰੇ ਤੇ ਵੀ ਦਇਆ ਕਰੋ, ਮੇਰੇ ਤੇ ਵੀ ਰਹਿਮਤ ਕਰੋ। ਇਹ ਜਿਹੜੀ ਵਿਕਾਰਾਂ ਦੀ ਵਿਪਤਾ ਹੈ ਨਾ, ਵਿਕਾਰਾਂ ਦੀ ਜਿਹੜੀ ਭੀੜ ਹੈ, ਇਸ ਵਿਕਾਰਾਂ ਦੀ ਭੀੜ ਤੋਂ ਮੈਨੂੰ ਬਚਾ ਲਵੋ। ਕਹਿਤ ਕਬੀਰ ਭੀਰ ਜਨ ਰਾਖੋ। ਭੀਰ ਕਹਿੰਦੇ ਵਿਪਤਾ, ਮੁਸੀਬਤ। ਜੇ ਆਪਾਂ ਵਿਕਾਰਾਂ 'ਚ ਫਸੇ ਆ, ਇਹ ਵੀ ਬੜੀ ਤਗੜੀ ਮੁਸੀਬਤ ਆ। ਬੇਨਤੀ ਕਰ ਰਹੇ ਨੇ ਭਗਤ ਕਬੀਰ ਜੀ ਕਿ ਮਹਾਰਾਜ ਇਹ ਤੋਂ ਮੈਨੂੰ ਬਚਾ ਲਵੋ, ਤੇ ਮੈਂ ਤੁਹਾਡੀ ਬੰਦਗੀ ਨਿਤ ਕਰਦਾ ਰਵਾਂ। ਹਰ ਸੇਵਾ ਕਰੋ ਤੁਮਾਰੀ। ਆਪਾਂ ਵੀ ਜੇ ਗੁਰੂ ਪਿਆਰਿਓ ਹੱਥ ਜੋੜ ਕੇ ਮਨ ਨੀਵਾ ਕਰਕੇ ਬੇਨਤੀ ਕਰਾਂਗੇ, ਤੇ ਜ਼ਰੂਰ ਗੁਰੂ ਪਿਆਰਿਓ ਮਾਲਕ ਸਾਨੂੰ ਮਨਮੁਖਾਂ ਨੂੰ ਵੀ ਆਪਣੇ ਨਾਲ ਜੋੜ ਲਵੇਗਾ। ਅਰਦਾਸ ਦੇ ਵੀ ਪਿਆਰੇ ਬਚਨ ਨੇ, ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਆਪਾਂ ਮਨ ਨੂੰ ਨੀਵਾ ਰੱਖਣਾ ਤੇ ਮਤ ਨੂੰ ਉੱਚੀ ਰੱਖਣਾ, ਪਰ ਹੋਇਆ ਇਹਦੇ ਉਲਟ। ਆਪਾਂ ਰਿਸ਼ਤਾ ਮਤ ਦਾ ਤੇ ਮਨ ਦਾ ਉਲਟ ਕਰ ਦਿੱਤਾ। ਆਪਾਂ ਕੀ ਕੀਤਾ? ਮਨ ਉੱਚਾ ਕਰ ਦਿੱਤਾ ਤੇ ਮਤ ਨੀਵੀਂ ਕਰ ਦਿੱਤੀ। ਰਿਸ਼ਤਾ ਇਹਨਾਂ ਦਾ ਉਲਟ ਕਰ ਦਿੱਤਾ, ਜਿਹਦੇ ਕਰਕੇ ਆਪਾਂ ਮਨਮੁਖ ਬਣ ਗਏ। ਭਾਵੇਂ ਆਪਾਂ ਸੰਗਤ 'ਚ ਵੀ ਕਈ ਆਏ ਆ, ਸੰਗਤ ਵਿੱਚ ਵੀ ਕਈ ਮਨਮੁਖ ਬੈਠੇ ਨੇ ਤੇ ਕਈ ਗੁਰਮੁਖ ਬੈਠੇ ਨੇ, ਜਿਨ੍ਹਾਂ ਦੀ ਮਤ ਉੱਚੀ ਹੈ ਤੇ ਮਨ ਨੀਵਾਂ ਹੈ, ਉਹ ਗੁਰਮੁਖ ਨੇ, ਤੇ ਜਿਨ੍ਹਾਂ ਨੇ ਮਨ ਉੱਚਾ ਕੀਤਾ ਤੇ ਮਤ ਨੀਵੀਂ ਰੱਖੀ ਹੈ, ਉਹ ਮਨਮੁਖ ਨੇ। ਹੁਣ ਆਪਾਂ ਆਪਣੇ ਅੰਦਰ ਝਾਤ ਮਾਰ ਲੈਣੀ ਹੈ, ਆਪਾਂ ਇੱਥੇ ਗੁਰਮੁਖ ਬਣ ਕੇ ਬੈਠੇ ਆ ਕਿ ਮਨਮੁਖ ਬਣ ਕੇ ਬੈਠੇ ਆ। ਫਿਰ ਵੀ ਪਾਤਸ਼ਾਹ ਕਹਿੰਦੇ ਫਿਕਰ ਨਾ ਕਰ, ਜੇ ਤੂੰ ਮਨਮੁਖ ਹੈ ਤੇ ਭਗਤ ਕਬੀਰ ਜੀ ਵਾਂਗ ਬੇਨਤੀ ਕਰ ਲਾ, ਮਹਾਰਾਜ ਤੈਨੂੰ ਵੀ ਬਖਸ਼ ਲੈਣਗੇ। ਬਾਬਾ ਕਬੀਰ ਜੀ ਨੇ ਵੀ ਬਚਨ ਕੀਤੇ, ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕਹੋ ਚੂੰਗੇ ਨਿਤ ਭੇਡ। ਭਗਤ ਜੀ ਕਹਿੰਦੇ ਨੇ ਦੇਖੋ ਕੈਸੀ ਖੇਡ ਪ੍ਰਗਟ ਹੋਈ, ਲੇਲੇ ਨੂੰ ਭੇਡ ਚੁੰਗ ਰਹੀ ਹੈ, ਲੇਲੇ ਨੂੰ ਭੇਡ ਚੁੰਗ ਰਹੀ ਹੈ। ਇਹਦਾ ਮਤਲਬ ਕੀ ਹੈ ਕਿ ਜਿਹੜਾ ਸਾਡਾ ਮਨ ਹੈ ਇਹ ਲੇਲਾ ਸੀ, ਤੇ ਜਿਹੜੀ ਭੇਡ ਹੈ ਉਹ ਮਤ ਹੈ। ਹੁਣ ਮਤ ਜਿਹੜੀ ਹੈ ਇਹ ਮਨ ਰੂਪੀ ਲੇਲੇ ਦੇ ਮਗਰ ਤੁਰ ਰਹੀ ਹੈ। ਚਾਹੀਦਾ ਤੇ ਇਹ ਸੀ ਜਿਹੜਾ ਲੇਲਾ ਇਹ ਮਤ ਰੂਪੀ ਭੇਡ ਦੇ ਮਗਰ ਤੁਰਦਾ। ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕਹੋ ਚੂੰਗੇ ਨਿਤ ਭੇਡ। ਪਰ ਇਹ ਹੋਇਆ ਤਾਂ ਕਿਉਂਕਿ ਆਪਾਂ ਮਨ ਨੂੰ ਉੱਚਾ ਕਰ ਦਿੱਤਾ, ਮਤ ਨੂੰ ਨੀਵੀਂ ਕਰ ਦਿੱਤਾ। ਅਰਦਾਸ ਰੋਜ਼ ਕੀਤੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਪਰ ਮਤ ਦੇ ਰਾਖੇ ਵੀ ਆਪ ਬਣ ਗਏ, ਮਨ ਦੇ ਰਾਖੇ ਵੀ ਆਪ ਬਣ ਗਏ, ਜਿਸ ਕਰਕੇ ਸਾਡੇ ਜੀਵਨ 'ਚ ਫਰਕ ਨਹੀਂ ਪੈ ਸਕਦਾ।
ਸਤਿਗੁਰੂ ਜੀ ਇੱਥੇ ਸਮਝਾ ਰਹੇ ਨੇ ਕਿ ਜੇ ਤੂੰ ਹੱਥ ਜੋੜ ਕੇ ਬੇਨਤੀ ਕਰੇ, ਨਿਮਰਤਾ ਦੇ ਨਾਲ ਨੀਵਾਂ ਹੋ ਕੇ ਬੇਨਤੀ ਕਰੇ, ਤਾਂ ਤੇਰਾ ਮਨ ਵੀ ਗੁਰੂ ਦੇ ਵੱਲ ਹੋ ਸਕਦਾ ਹੈ। ਮਨਮੁਖ ਤੋਂ ਤੂੰ ਗੁਰਮੁਖ ਬਣ ਸਕਦਾ ਹੈ। ਸਤਿਗੁਰ ਕਾ ਮਹਿਲ ਵਿਰਲਾ ਜਾਣੇ, ਸਦਾ ਰਹੇ ਕਰ ਜੋੜ, ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲਏ ਬਹੋੜ। ਜਦੋਂ ਤੂੰ ਬੇਨਤੀ ਕਰੇਗਾ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਇਹ ਬੇਨਤੀ ਤੇਰੀ ਹੋਵੇਗੀ, ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲਏ ਬਹੋੜ। ਕਹਿੰਦੇ ਨੇ ਸਤਿਗੁਰੂ ਤੇਰੇ ਤੇ ਕਿਰਪਾ ਕਰ ਦੇਣਗੇ ਤੇ ਤੈਨੂੰ ਮਨਮੁਖਤਾ ਵੱਲੋਂ ਮੋੜ ਲੈਣਗੇ। ਮਨਮੁਖਤਾ ਦਾ ਮਤਲਬ ਹੈ ਤੇਰਾ ਮਨ ਜਿਹੜਾ ਹੈ ਉਹ ਗੁਰੂ ਦੇ ਵੱਲ ਨਹੀਂ ਹੈ। ਸਰੀਰ ਕਰਕੇ ਭਾਵੇਂ ਆਪਾਂ ਗੁਰੂ ਵੱਲ ਮੁਖ ਕਰਕੇ ਬੈਠੇ ਆ, ਪਰ ਮਨ ਕਰਕੇ ਕਈਆਂ ਨੇ ਗੁਰੂ ਵੱਲ ਪਿੱਠ ਕੀਤੀ ਹੈ। ਮਨ ਕਹਿੰਦਾ ਮੈਂ ਨਹੀਂ ਮੰਨਣਾ ਗੁਰੂ ਪਾਤਸ਼ਾਹ ਦਾ ਬਚਨ। ਜਿਹੜਾ ਬੰਦਾ ਕਹਿੰਦਾ ਮੈਂ ਨਹੀਂ ਮੰਨਣਾ, ਉਹ ਸਮਝੋ ਗੁਰੂ ਵੱਲੋਂ ਉਹਨੇ ਮੁਖ ਮੋੜਿਆ। ਪਰ ਪਾਤਸ਼ਾਹ ਕਹਿੰਦੇ ਨੇ ਜੇ ਤੂੰ ਬੇਨਤੀ ਕਰੇਗਾ ਨਿਮਰਤਾ ਦੇ ਨਾਲ, ਤੇ ਮਹਾਰਾਜ ਤੇਰੇ ਮਨ ਨੂੰ ਮੋੜ ਦੇਣਗੇ। ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲਏ ਬਹੋੜ। ਬਹੋੜ ਦਾ ਮਤਲਬ ਤੇਰੇ ਮਨ ਨੂੰ ਮੋੜ ਦੇਣਗੇ। ਪੌੜੀ ਵਿੱਚ ਸਤਿਗੁਰੂ ਸਮਝਾਉਂਦੇ ਨੇ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਸੇਵਾ ਕੀਤੀ ਤੇਰੀ ਤਾਂ ਹੀ ਸਫਲ ਹੋਵੇਗੀ ਜੇ ਸਤਿਗੁਰੂ ਦਾ ਮਨ ਮੰਨੇਗਾ। ਜਾਂ ਸਤਿਗੁਰ ਕਾ ਮਨ ਮੰਨਿਆ, ਤਾਂ ਪਾਪ ਕਸਮਲ ਪੰਨੇ। ਜੇ ਸਤਿਗੁਰੂ ਦਾ ਮਨ ਮੰਨ ਗਿਆ, ਤੂੰ ਸਤਿਗੁਰੂ ਨੂੰ ਖੁਸ਼ ਕਰ ਲਿਆ। ਸਤਿਗੁਰੂ ਕਿਵੇਂ ਖੁਸ਼ ਹੋਣਗੇ? ਜੇ ਤੂੰ ਕਹਿਣਾ ਮੰਨੇਗਾ। ਨਹੀਂ ਕਹਿਣਾ ਮੰਨੇਗਾ, ਗੁਰੂ ਤਾਂ ਵੀ ਖੁਸ਼ ਰਹੇਗਾ, ਪਰ ਤੂੰ ਗੁਰੂ ਦੀਆਂ ਖੁਸ਼ੀਆਂ ਲੈ ਨਹੀਂ ਸਕੇਗਾ। ਜਦ ਸਤਿਗੁਰੂ ਕਾ ਮਨ ਮੰਨਿਆ, ਤਾਂ ਪਾਪ ਕਸਮਲ ਭੰਨੇ, ਤੇਰੀ ਵਿਕਾਰਾਂ ਦੀ ਪਾਪਾਂ ਦੀ ਮੈਲ ਲੱਥ ਜਾਵੇਗੀ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਸਤਿਗੁਰੂ ਨੇ ਜਿਹੜਾ ਉਪਦੇਸ਼ ਤੈਨੂੰ ਦਿੱਤਾ, ਉਹਨੂੰ ਗੁਰਸਿੱਖ ਜਿਹੜੇ ਨੇ ਕੰਨਾਂ ਦੇ ਨਾਲ ਸ਼ਰਵਣ ਕਰਦੇ ਨੇ। ਜਿਨ ਸਤਿਗੁਰ ਕਾ ਭਾਣਾ ਮੰਨਿਆ, ਤਿੰਨ ਚੜੀ ਚਵਗਣ ਵੰਨੇ। ਗੁਰੂ ਨੇ ਉਪਦੇਸ਼ ਦਿੱਤਾ, ਜਿਨ੍ਹਾਂ ਸਿੱਖਾਂ ਨੇ ਉਪਦੇਸ਼ ਨੂੰ ਸੁਣ ਕੇ ਮੰਨ ਲਿਆ, ਭਾਣੇ ਨੂੰ ਮੰਨ ਲਿਆ, ਉਹਨਾਂ ਦੇ ਉੱਤੇ 4 ਗੁਣਾ ਰੂਪ ਚੜ ਜਾਂਦਾ ਹੈ। ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਭਿੰਨੇ। ਪਰ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਇਹਦੇ ਉੱਤੇ ਤੁਰਨਾ ਕੀਤਾ, ਉਹ ਗੁਰਮੁਖ ਬਣ ਜਾਂਦੇ ਨੇ, ਉਹਨਾਂ ਦਾ ਮਨ ਭਿੱਜਿਆ ਰਹਿੰਦਾ। ਸੋ ਗੁਰੂ ਰਾਮਦਾਸ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਨੇ ਇਹਨਾਂ ਸ਼ਲੋਕਾਂ ਤੇ ਪੌੜੀ ਵਿੱਚ ਗੱਲ ਕੀਤੀ ਮਨਮੁਖ ਦੀ, ਗੁਰਮੁਖ ਦੀ, ਭਗਤਾਂ ਦੀ। ਮਨਮੁਖ ਜਿਹੜੇ ਨੇ ਉਹ ਵੀ ਬਦਲ ਸਕਦੇ ਨੇ ਜੇ ਬੇਨਤੀ ਕਰਨਗੇ, ਉਹ ਵੀ ਗੁਰਮੁਖ ਬਣ ਸਕਦੇ ਨੇ। ਨੀਵੇਂ ਹੋ ਕੇ ਬੇਨਤੀ ਕਰਨਗੇ। ਆਓ ਬੇਨਤੀ ਕਰਕੇ ਸਮਾਪਤੀ ਕਰੀਏ। 2 ਵਾਰ ਦਾਸ ਸਤਿਗੁਰਾਂ ਦੇ ਬਚਨ ਪੜ੍ਹੇਗਾ, 2 ਵਾਰ ਤੁਸੀਂ ਪੜ੍ਹਨੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਜੇਤਾ ਸਮੁੰਦ ਸਾਗਰ ਨੀਰ ਭਰਿਆ। ਤੇਤੇ ਔਗਣ ਹਮਾਰੇ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਦਇਆ ਕਰੋ ਕਿਛ ਮਿਹਰ ਉਪਾਵੋ। ਡੁੱਬਦੇ ਪੱਥਰ ਤਾਰੇ, ਡੁੱਬਦੇ ਪੱਥਰ ਤਾਰੇ। ਪਾਤਸ਼ਾਹ ਕਹਿੰਦੇ ਨੇ ਨੀਵਾਂ ਹੋ ਕੇ ਬੇਨਤੀ ਕਰ ਦਵੀਂ ਤੇ ਮਾਲਕ ਤੇਰੇ ਅਵਗੁਣਾਂ ਨੂੰ ਦੂਰ ਕਰ ਦਵੇਗਾ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ।
ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਬਖਸ਼ ਲੈਣੀਆਂ। ਗੁਰੂ ਦੇ ਬਚਨ ਜਿਹੜੇ ਤੁਹਾਨੂੰ ਸਮਝ ਚ ਆਏ ਨੇ ਉਹ ਆਪਣੀ ਝੋਲੀ ਚ ਪਾਇਓ। ਪਿਆਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ।